सत श्री अकाल एनबी न्यूज़ देख रहे दर्शकों का स्वागत है। मैं परमिंदर सिंह आगाज करते इस वेले के बुलेटिन का। किसान होना एक वड्डे जिगरे का काम है। अज पंजाब भर के किसानों दीयां फसलां सीजन तो पहला पई तेज तरार धुप ते गर्मी के कारण समय तो पहला ही पक गई, जिस कारण किसानों नूं फसल का झाड़ बहुत घट निकल रहा है। तो हुण जदों किसान फसलों नूं लैके मंडियां च पहुंचे ने तां किसानों दीयां फसलों की खरीद नूं रोक दिता गया है। अज एजेंसियां दे वल्लों कणक की खरीद नूं ठप्प करन दी खबर सामने आई है। किसान परेशान ने, खरीद ठप्प है। केंद्र सरकार नूं किसानां दा रोस मुड़ तो देखण नूं मिल रहा है। दाणा मंडियां दे विच कणक की फसल की खरीद नूं खरीद एजेंसियां ने बंद कर दिता है। इस दा कारण कणक की फसल के दाणे का टुटना दस्सिया जा रहा है। दाणा मंडी दे विच फसलों की खरीद बंद किए जाण दे रोस विच किसानां दी केंद्र सरकार के विरुद्ध रोस प्रदर्शन देखने को मिल रहे हैं। हालांकि केंद्र सरकार के वल्लों पंजाब दे विच 5 टीमां भेजियां जा रही ने जो कणक की फसल दीयां मंडियां का जायजा लेगी। जानकारी के अनुसार तकरीबन 15 मंडियां का जो जायजा है वो 5 टीमां दे वल्लों कीता जावेगा। किसान पहला ही इस बार फसल घट होने तो निराश सी ते सरकार के वल्लों इसका मुआवजा भी मंग रही थी, पर केंद्र सरकार ने किसानों की मदद करने की जगह ते खरीद ही बंद करवा दी। कि किसानों की विसाखी इस बार भी फिक्की रहेगी, जानते हैं किसानों की जुबानी। खरीद आया जी, इस तो पहले ही मतलब रब दे मारे वे सी जी खरीद दा कणक की गल वो करिया तो रब ने आ। गर्मी वध पैगी ਉਹਦਾ कारण दाना ਜਿਹੜਾ कमजोर हो गया। कमजोर होने करके ਅਸੀਂ ਤਾਂ ਜ਼ਿਮੀਂਦਾਰ ਤਾਂ ਪਹਿਲਾਂ ਹੀ ਮਾਰਿਆ ਗਿਆ। ਸਰਕਾਰ ਨੂੰ ਚਾਹੀਦਾ ਜੋ ਤੇ ਬਾਉਂਸ ਦੇਣਾ ਉਹ ਤੇ ਗੌਰ ਕਰਨੀ। ਸਰਕਾਰ ਨੇ ਜਿਹੜੀਆਂ ਵੋਟਾਂ ਵੇਲੇ ਗੱਲਾਂ ਕਰਦੀ ਸੀ ਉਹ ਗੱਲਾਂ ਤੋਂ ਭੱਜ ਕੇ ਹੁਣ ਮੋਦੀ ਸਾਹਿਬ ਨੇ ਆਪਦੀ ਸਕੀਮ ਬਣਾ ਕੇ ਸਰਕਾਰੀ ਖਰੀਦ ਜਿਹੜੀ ਕੱਲ ਤੋਂ ਲੈ ਕੇ ਬੰਦ ਕਰਤੀ। ਉਹਦਾ ਆਏ ਆ मतलब भी ਸੈਲੋਆਂ ਦੇ ਵਿੱਚ ਮਾਲ ਜਾਵੇ, ਕਿਉਂ ਸੈਲੋਆਂ ਦੇ ਵਿੱਚ ਜਿਹੜੇ ਅਡਵਾਨੀ ਉਹਨਾਂ ਨੇ ਪੈਸਾ ਦੇ ਕੇ ਮੋਦੀ ਨੂੰ ਜਿੱਤਿਆ ਹੈਗਾ। ਉਹਦਾ ਕਰਕੇ ਜ਼ਿਮੀਂਦਾਰਾਂ ਨੂੰ ਖਤਮ ਕਰਨਾ ਚਾਹੁੰਦਾ ਤੇ ਕਿਸਾਨਾਂ ਦੇ ਗਲ ਤੇ ਛੁਰਾ ਚਲਾਉਣਾ ਚਾਹੁੰਦਾ ਮੋਦੀ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਖਰੀਦ ਨਾ ਚੱਲੀ ਤਾਂ ਵੱਡੇ ਸੰਘਰਸ਼ ਕਰਾਂਗੇ। ਅੱਛਾ, ਲੱਗਦਾ ਵੀ ਜਿਵੇਂ ਐਤਕੀ ਨੁਕਸਾਨ ਹੋਇਆ ਕਿਸਾਨਾਂ ਦਾ, ਉਹਨੂੰ ਸਰਕਾਰ ਨੂੰ ਚਾਹੀਦਾ ਸੀ ਕਿ ਬੋਨਸ ਜਾਂ ਮੁਆਵਜ਼ਾ ਦਿੰਦੀ। ਉਹ ਤਾਂ ਪਤਾ ਹੀ ਹੈ ਜੀ। ਹੁਣ ਆਮ ਕਣਕ ਮੋਦੀ ਬਾਹਰਲੇ ਦੇਸ਼ਾਂ ਨੂੰ ਦਿਓ, ਜਿਵੇਂ ਲੜਾਈ ਲੱਗੀ ਵੀ ਆ 3500 ਨੂੰ ਜਾ ਕੇ ਵਿਕੂਗੀ। ਸਾਤੋਂ ਲੈਂਦਾ 2015 ਨੂੰ, ਜੇ ਉਹ ਤੇ ਸਾਨੂੰ ਬਾਉਂਸ ਦੇਵੇ ਫਿਰ ਵੀ 500 ਵੀ ਦੇਵੇ, 1000 ਬਚਦਾ ਗਾ। ਭਰਾਵੋ ਚਾਰੇ ਪਾਸੇ ਇਹ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਆ ਸਰਕਾਰ, ਚਾਹੇ ਪੰਜਾਬ ਦੀ ਆ ਚਾਹੇ ਸੈਂਟਰ ਦੀ ਆ। ਰਲ ਮਿਲ ਕੇ ਮਤਲਬ ਇਹ ਖਤਮ ਕਰਨਾ ਚਾਹੁੰਦੀ ਆ। ਕਿਸਾਨ ਅੰਦੋਲਨ ਕਰਕੇ ਆਏ ਆ, ਕਿਸਾਨ ਸੂਝਵਾਨ ਨੇ। ਆਉਂਦੇ ਦਿਨਾਂ ਦੇ ਵਿੱਚ ਸਾਨੂੰ ਪਤਾ ਗਾ, ਲੋਕਾਂ ਨੂੰ ਸਮਝਾਵਾਂਗੇ, ਇਹਨਾਂ ਨੂੰ ਸੱਥਾਂ 'ਚ ਸ਼ਹਿਰਾਂ ਦੇ ਵਿੱਚ ਘੇਰਾਂਗੇ ਜੇ ਨਾ ਇਹ ਖਰੀਦ ਚੱਕੀ। ਖਰੀਦ ਤਾਂ ਹੀ ਸਾਹਮਣੇ, ਸਾਨੂੰ ਤਾਂ ਇਹ ਚੀਜ਼ਾਂ ਦਾ ਪਹਿਲਾਂ ਵੀ ਪਤਾ ਸੀਗਾ ਵੀ ਜਿਹੜੇ ਬਾਨੀ ਡਾਨੀ ਨੇ ਜਾਂ ਮੋਦੀ ਆ ਵੀ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਸੀ ਪਹਿਲਾਂ ਅਸੀਂ ਸਾਲ ਭਰ ਸੰਘਰਸ਼ ਲੜ ਕੇ ਆਏਗੇ। ਕਿਉਂਕਿ ਜਿਹੜੀਆਂ ਹੁਣ ਇਹਨਾਂ ਦੇ ਸੋਲਰਾਂ 'ਚ ਕਣਕ ਜਾਂਦੀ ਆ ਬਾਨੀਆਂ ਦੇ ਮੰਡੀਆਂ ਦੇ ਵਿੱਚ, ਇਹਨਾਂ ਨੇ ਸੋਚ ਸਮਝ ਕੇ ਕੱਲ 5 ਵਜੇ ਤੋਂ ਲੈ ਕੇ ਮੀਟਿੰਗ ਰੱਖ ਕੇ ਇਹਨਾਂ ਨੇ ਬੰਦ ਕੀਤੀ ਹੈਗੀ ਵੀ ਸਾਡੇ ਜ਼ਿਮੀਂਦਾਰ ਸਿੱਧੇ ਟਰਾਲੀਆਂ ਸਿੱਟਣਗੇ ਜੇ ਇੱਧਰੋਂ ਹੈਰਾਨ ਕਰਾਂਗੇ ਵੀ ਮੰਡੀਆਂ ਬੰਦ ਕਰਾਂਗੇ ਤਾਂ ਸਾਡੀ ਕਣਕ ਉਧਰ ਪੂਰੀ ਕਰਕੇ ਵੱਧ ਰੇਟ ਤੇ ਵੇਚਾਂਗੇ। ਪਰ ਸਾਡੀ ਇਹਨਾਂ ਨੂੰ ਕੋਈ ਮਤਲਬ ਨਹੀਂ। ਸਾਡਾ ਜਿਹੜਾ ਅੱਗੇ 55 ਮਣ ਕਣਕ ਨਿਕਲਦੀ ਸੀ ਕਿੱਲੇ ਦੀ, ਅੱਜ 30 ਤੇ 32 ਮਣ ਦੇ ਵਿੱਚ ਨਿਕਲਦੀ ਆ। 20000 25000 ਦਾ ਸਾਡਾ ਨੁਕਸਾਨ ਆ। ਸਾਨੂੰ ਬਾਉਂਸ ਦੇਣਾ ਚਾਹੀਦਾ ਸੀਗਾ। ਕਿੱਥੇ ਜ਼ਿਮੀਂਦਾਰ ਇਹ ਸੋਕੇ ਦੇ ਕਾਰਨ ਗਰਮੀ ਜ਼ਿਆਦਾ ਪੈਣ ਦੇ ਨਾਲ ਜਿਹੜੇ ਇਹ ਦਾਣੇ ਮਾੜੇ ਟੋਟ ਕਹਿੰਦੇ ਨੇਗੇ ਇਹ ਵੀ 20% ਲੈਣੀ ਆ, ਇਹਨੂੰ ਸ਼ਰਮ ਚਾਹੀਦੀ ਹੈਗੀ। ਕਿਸਾਨ ਤਾਂ ਅੱਗੇ ਹੀ ਮਰਿਆ ਪਿਆ ਗਾ, ਅੱਗੇ ਹੀ ਬਹੁਤ ਧੱਬਾ ਲੱਗ ਗਿਆ। ਇਹਦੇ ਵਿੱਚ ਘੱਟੋ ਘੱਟ 300 ਰੁਪਈਆ 400 ਰੁਪਈਆ ਇਹਨਾਂ ਨੂੰ ਮੁਆਵਜ਼ਾ ਦੇਣ ਦਾ ਹੱਕ ਬਣਦਾ। ਅਸੀਂ ਤਾਂ ਹੋਣ ਵਾਲੀ ਸਰਕਾਰ ਨੂੰ ਵੀ ਕਹਿੰਦੇ ਆ ਵੀ ਕਿਸਾਨਾਂ ਲਈ ਕੁਝ ਸੋਚੋ, ਕਰੋਗੇ ਤਾਂ ਵਧੀਆ ਰਹੋਗੇ। ਜਿਵੇਂ ਤੁਹਾਨੂੰ ਇੱਕ ਹੀ ਵਧੀਆ ਲੋਕਾਂ ਨੇ ਵਧੀਆ ਵੋਟਾਂ ਤੇ ਪਾ ਕੇ ਜਿੱਤਿਆਏ ਨੇ, ਸਾਰੇ ਕਿਸਾਨਾਂ ਦਾ ਪੱਖ ਸੁਣੋ। ਜੇ ਪੱਖ ਨਾ ਸੁਣਨਗੇ ਅਸੀਂ ਸੜਕਾਂ ਤੇ ਜਾਣ ਨੂੰ ਤਿਆਰ ਆ। ਅੱਗੇ ਵੀ ਸੰਘਰਸ਼ ਸਾਲ ਲੜ ਕੇ ਆਏ ਆ, ਹੁਣ ਵੀ ਲੜਾਂਗੇ। ਆਉਣ ਵਾਲੇ ਨਹੀਂ 1-2 ਦਿਨਾਂ ਦੇ ਵਿੱਚ ਇਹ ਤਿੱਖੇ ਸੰਘਰਸ਼ ਵਿੱਢਾਂਗੇ, ਸੜਕਾਂ ਤੇ ਜਾਵਾਂਗੇ, ਘੇਰਾਂਗੇ ਇਹਨਾਂ ਨੂੰ। ਤੁਹਾਨੂੰ ਕਦੋਂ ਪਤਾ ਲੱਗਿਆ ਖਰੀਦ ਬੰਦ? ਸਾਨੂੰ ਤਾਂ ਜੀ ਰਾਤ ਪਤਾ ਲੱਗਿਆਗਾ। ਸਾਨੂੰ ਹੁਣ ਕਾਲਾਂ ਵੀ ਆਉਣ ਲੱਗੀਆਂ ਤਾਹਾਂ ਤੋਂ ਜਥੇਬੰਦੀਆਂ ਦੀਆਂ ਵੀ ਭਾਈ ਇਹ ਜੋ ਆਪਣੇ ਨਾਲ ਨਜਾਇਜ਼ ਧੱਕਾ ਹੋ ਰਿਹਾ, ਇੱਕ ਮੁੱਠੀ ਹੋ ਕੇ ਇਕੱਠੇ ਹੋਵੋ। ਅਸੀਂ ਤਾਂ ਪਹਿਲਾਂ ਵੀ ਕਹਿੰਦੇ ਵੀ ਇਕੱਠੇ ਹੋਵੋ, ਹੁਣ ਵੀ ਕਹਿੰਦੇ ਆ। ਸੋ ਲਗਾਤਾਰ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਜਿੱਥੇ ਲਗਾਤਾਰ ਜਲਦੀ ਗਰਮੀ ਪੈਣ ਕਾਰਨ ਜੋ ਫਸਲ ਹੈ ਉਹ ਪੱਕ ਗਈ ਸੀ, ਤਾਂ ਘਾੜ ਦੀ ਜੋ ਮਾਤਰਾ ਹੈ ਉਹ ਇਸ ਵਾਰ ਘੱਟ ਦੇਖਣ ਨੂੰ ਮਿਲੀ ਸੀ। ਤਾਂ ਕਣਕ
ਫਸਲਾਂ ਜੋ ਨੇ ਉਹਨੂੰ ਮੰਡੀਆਂ 'ਚ ਲੈ ਕੇ ਆਂਦਾ ਗਿਆ, ਤਾਂ ਹੁਣ ਮੰਡੀਆਂ ਦੇ ਵਿੱਚ ਵੀ ਭਾਰੀ ਜੋ ਦਿੱਕਤਾਂ ਨੇ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅੱਜ ਜੋ ਖਰੀਦ ਹੈ ਉਸ ਨੂੰ ਵੀ ਠੱਪ ਕਰ ਦਿੱਤਾ ਗਿਆ। ਇਸ ਦੇ ਬਾਰੇ ਬਰਨਾਲਾ ਅਨਾਜ ਮੰਡੀ ਤੋਂ ਸਾਡੇ ਨਾਲ ਸੋਨੂ ਉਪਲ ਜੁੜੇ ਹੋਏ ਨੇ ਤੇ ਚੰਡੀਗੜ੍ਹ ਤੋਂ ਅਮਿਤ ਕੁਮਾਰ ਲਾਈਵ ਸਾਡੇ ਨਾਲ ਨੇ। ਬਰਨਾਲਾ ਤੋਂ ਸੋਨੂ ਉਪਲ ਤੇ ਅਮਿਤ ਕੁਮਾਰ ਸਾਡੇ ਨਾਲ ਵੀ ਜੁੜੇ ਹੋਏ ਨੇ, ਦੋਨਾਂ ਤੋਂ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਬਰਨਾਲਾ ਤੋਂ ਸੋਨੂ ਉਪਲ ਦੇ ਕੋਲ। ਸੋਨੂ ਉਪਲ, ਅੱਜ ਬਰਨਾਲਾ ਦੀ ਕੀ ਸਥਿਤੀ ਹੈ? ਮੰਡੀ ਦੇ ਵਿੱਚ ਕਿਸਾਨਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਜੋ ਹੈ ਸਾਹਮਣਾ ਕਰਨਾ ਪੈ ਰਿਹਾ ਹੈ? ਸਰ, ਅਸੀਂ ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚ ਖੜੇ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਮਗਰ ਕਿਸ ਪ੍ਰਕਾਰ ਜੋ ਤਸਵੀਰਾਂ ਨੇ, ਕਣਕ ਦੇ ਢੇਰ ਲੱਗ ਚੁੱਕੇ ਨੇ। ਅਸਲ 'ਚ ਜਿਹੜੇ ਇਹ ਪਹਿਲਾਂ ਢੇਰੀਆਂ ਸੀ, ਇਹ ਢੇਰੀਆਂ ਲੱਗਦੀਆਂ ਹੁੰਦੀਆਂ ਸੀ 15 ਅਪ੍ਰੈਲ ਤੋਂ ਬਾਅਦ, ਪਰ ਇਹ ਢੇਰੀਆਂ ਇੱਕ ਹਫ਼ਤਾ ਪਹਿਲਾਂ ਹੀ ਲੱਗ ਚੁੱਕੀਆਂ ਨੇ। ਇਸ ਵਾਰ ਕਿਸਾਨਾਂ ਨੂੰ ਜੋ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ ਉਹ ਵੱਧ ਰਿਹਾ ਤਾਪਮਾਨ ਹੈ। ਤਾਪਮਾਨ ਬਰਨਾਲਾ ਦੀ ਗੱਲ ਕਰੀ ਤਾਂ 45 ਡਿਗਰੀ ਤਾਪਮਾਨ ਹੈ, ਜਿਸ ਦਾ ਸਭ ਤੋਂ ਵੱਡਾ ਅਸਰ ਕਿਸਾਨਾਂ ਦੇ ਪਿਆ। ਕਿਸਾਨਾਂ ਦੀ ਫਸਲ ਹੈ ਜੋ ਉਸ ਦੀਆਂ ਬੱਲੀਆਂ ਕਾਲੀਆਂ ਪੈ ਚੁੱਕੀਆਂ ਨੇ ਤੇ ਜੋ ਉਹਨਾਂ ਦਾ ਝਾੜ ਹੈ ਉਹ ਘਟ ਚੁੱਕਿਆ ਹੈ। ਜਿੱਥੇ 50 ਤੋਂ 55 ਮਣ ਜੋ ਝਾੜ ਆਉਂਦਾ ਸੀ, ਐਤਕੀ ਉਹ 35 ਤੋਂ 40 ਰਹਿ ਚੁੱਕਿਆ ਤੇ ਕਿਸਾਨਾਂ ਨੂੰ 20,000 ਰੁਪਇਆ ਪ੍ਰਤੀ ਕੁਇੰਟਲ ਦੇ ਮਗਰ ਜੋ ਘਾਟਾ ਪੈ ਰਿਹਾ ਤੇ ਕਿਸਾਨਾਂ ਦੇ ਵੱਲੋਂ ਜੋ ਇਸ ਮਾਮਲੇ 'ਚ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਇੱਥੇ ਸਾਡੇ ਨਾਲ ਮੌਜੂਦ ਨੇ ਕਈ ਕਿਸਾਨ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤੇ ਮੰਡੀਆਂ ਦੇ ਵਿੱਚ ਹੁਣ ਤੱਕ ਕਰੀਬ 35,000 ਮੀਟ੍ਰਿਕ ਟਨ ਜੋ ਕਣਕ ਪਹੁੰਚ ਚੁੱਕੀ ਹੈ। ਠੀਕ ਹੈ ਸੋਨੂੰ, ਇੱਕ ਮਿੰਟ ਤੁਹਾਨੂੰ ਰੋਕਣਾ ਚਾਹੂੰਗਾ, ਅਮਿਤ ਦੇ ਨਾਲ ਵੀ ਗੱਲਬਾਤ ਕਰ ਲੈਂਦੇ, ਅਮਿਤ ਤੋਂ ਵੀ ਜਾਣ ਲੈਂਦੇ ਆ ਸਥਿਤੀ, ਕਿਉਂਕਿ ਜੀ ਅਮਿਤ, ਅੱਜ ਜੋ 5 ਟੀਮਾਂ ਨੇ ਕੇਂਦਰ ਸਰਕਾਰ ਦੇ ਵੱਲੋਂ ਜਾਇਜ਼ਾ ਲੈਣ ਵਾਸਤੇ ਮੰਡੀਆਂ ਦਾ ਉਹ ਭੇਜੀਆਂ ਜਾ ਰਹੀਆਂ ਨੇ, ਤਾਂ ਕਿਸ तरह का उनका रुख रहेगा आज सारा दिन? जी प्रबंध, अगर हम बात करें तो पंजाब के 15 जिलों में इन्होंने निरीक्षण करना है। 15 अलग अलग, जैसे माझा, मालवा और कुछ दुआबे के क्षेत्र शामिल है। बाकायदा अगर हमने अभी फूड सप्लाई मंत्री लालचंद कटारचुक से बात की थी, उन्होंने खुद हमें अभी जानकारी दी है कि क्योंकि हीट वेव के कारण कनक की फसल को सिकुड़ गई थी, उसके चलते बाकायदा रिक्वेस्ट की गई थी केंद्र सरकार से कि कहीं छूट दी जाए, रियायत दी जाए, और उस चीज को कंसिडर किया गया। केंद्र सरकार ने उस चीज को कंसिडर किया गया। पंजाब सरकार की काफी ज्यादा रिक्वेस्ट थी। उसके बाद टीमें भेजी गई हैं, टीमें आ चुकी हैं और बाकायदा अगर हम कहें कि निरीक्षण आज शुरू हो चुका है। पंजाब के हर एक क्षेत्र में जो 15 जिले स्पेसिफाई किए गए जहाँ पे हीट वेव से इसका असर सबसे ज्यादा पड़ता हुआ नजर आ रहा है, चाहे वो माझा हो, चाहे मालवा हो, चाहे वो दुआबा के कुछ क्षेत्र हो, उन सभी जगहों पे जाके टीम में निरीक्षण करना और बाकायदा जो खरीद रुक गई थी उसको भी दोबारा शुरू करवा दिया गया है। और सीधे तौर पर ये चीज कही गई है फूड सप्लाई मंत्री की तरफ से कि हम लोग हर एक चीज जो अवेलेबल होगी उन किसानों की फसल उसे खरीदेंगे और कोशिश करेंगे कि जो कंपनसेशन है, जो रियायत की जरूरत हो, वो ज्यादा से ज्यादा दी जाए। और उसके लिए बाकायदा बातचीत भी की गई है। टीम अब इंस्पेक्शन करेंगे और हर एक चीज फैक्टर इन की जाएंगी, कितनी हीट वेव के कारण कितना लॉस हुआ है, कितनी फसल है, कितना कंपनसेशन, वो सब चीजें कंसिडर की जाएंगी। पर आज कैबिनेट मीटिंग के बाद खुद फूड सप्लाई मंत्री ने हमें जैसे बताया कि टीमें आ चुकी हैं और हम ये चीज पूरी तरह सुनिश्चित करेंगे किसानों की खरीद, फसल की खरीद रुके ना, जहाँ पे कई केसेस आ रहे थे कि फसल की खरीद रुकी थी, कि खरीद रुके ना और किसानों को मुआवजा समय रहते मिल जाए अपनी फसल का। और जहाँ पर फसल सिकुड़ी है तो उसको लेकर भी किसी न किसी तरीके से उनकी फसल एक्वायर की जाए और उनको उसका मुआवजा मिले। जी ਅਮਿਤ, ਜੇ ਗੱਲ ਕਰ ਲਈ ਜਾਵੇ ਜੋ ਮੰਡੀਆਂ ਦੇ ਵਿੱਚ ਖਰੀਦ ਹੈ ਉਸ ਨੂੰ ਰੋਕਿਆ ਗਿਆ ਸੀਗਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਫਿਲਹਾਲ ਜੋ ਹੈ ਰੋਕ ਉਸ ਨੂੰ ਖਤਮ ਕਰਨ ਦੀ ਜੋ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਤੇ ਬਰਨਾਲਾ ਦੇ ਵਿੱਚ ਸੋਨੂ ਉਪਲ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਜ਼ਮੀਨੀ ਪੱਧਰ ਤੇ ਖੜੇ ਨੇ, ਉਹਨਾਂ ਤੋਂ ਜਾਣਕਾਰੀ ਲੈ ਲੈਂਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਜੋ ਕਿਸਾਨਾਂ ਨੂੰ ਝੱਲਣੀਆਂ ਪੈ ਰਹੀਆਂ ਨੇ। ਜੀ ਸੋਨੂ ਸਰ, ਬਰਨਾਲਾ ਦੀ ਗੱਲ ਕਰੀਏ ਤਾਂ ਅੱਜ ਜਿੱਥੇ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਜੋ 5 ਟੀਮਾਂ ਆਈਆਂ ਨੇ, ਇਸ ਮਾਮਲੇ ਦੇ ਵਿੱਚ ਅਸੀਂ ਅੱਜ ਮੰਡੀ ਬੋਰਡ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਡੀਐਫਐਸਓ ਨਾਲ ਵੀ ਗੱਲਬਾਤ ਕੀਤੀ ਹੈ, ਜਿੱਥੇ ਡੀਐਫਐਸਓ ਅਫਸਰ ਬਰਨਾਲਾ ਮੀਨਾਕਸ਼ੀ ਸ਼ਰਮਾ ਤੇ ਜੋ ਆਪਣੇ ਬਰਨਾਲਾ ਦੇ ਮੰਡੀ ਬੋਰਡ ਅਫਸਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ। ਪੰਜਾਬ ਦੇ ਵਿੱਚ ਕੇਂਦਰ ਵੱਲੋਂ 5 ਟੀਮਾਂ ਭੇਜੀਆਂ, ਜਿਨ੍ਹਾਂ ਦੇ ਵਿੱਚ ਬਰਨਾਲਾ ਦੇ ਵਿੱਚ ਇਹ ਟੀਮਾਂ ਆਉਣਗੀਆਂ। ਇਹਨਾਂ ਟੀਮਾਂ ਦੇ ਆਉਣ ਦਾ ਮਕਸਦ ਹੈ ਜੋ ਉਹ ਮਕਸਦ ਇਹ ਹੈ ਵੀ ਜੇ ਇਸ ਵਾਰ ਕਿਸਾਨ ਦਾ ਜੋ ਦਾਣਾ ਟੁੱਟ ਰਿਹਾ ਹੈ, ਉਸ ਦਾਣਾ ਟੁੱਟਣ ਦਾ ਕੀ ਕਾਰਨ ਹੈ ਤੇ ਜੋ ਕਿਸਾਨਾਂ ਨੂੰ ਅੱਜ ਇਹ ਸਮੱਸਿਆ ਆ ਰਹੀ ਹੈ ਉਹ ਕਿਉਂ ਸਮੱਸਿਆ ਆ ਰਹੀ ਹੈ। ਆਖਰ ਜੋ ਕਿਸਾਨਾਂ ਦਾ ਝਾੜ ਘਟਿਆ ਹੈ ਜਾਂ ਬੱਲੀਆਂ ਕਾਲੀਆਂ ਪਈਆਂ, ਇਸ ਦਾ ਸਭ ਨੂੰ ਹੀ ਪਤਾ ਵੀ ਤਾਪਮਾਨ ਵੱਧ ਦੇ ਕਾਰਨ ਇਹ ਸਮੱਸਿਆਵਾਂ ਆ ਰਹੀਆਂ ਨੇ। ਇਸ ਦੇ ਨਾਲ ਨਾਲ ਇਸ ਦੇ ਵਿੱਚ ਵੱਡੀ ਸਮੱਸਿਆ ਇਹ ਦੇਖਣੀ ਹੈ ਕਿ ਜੋ ਦਾਣਾ ਕਮਜ਼ੋਰ ਪੈ ਰਿਹਾ ਹੈ, ਦਾਣਾ ਸੁੱਕ ਰਿਹਾ ਹੈ, ਜੋ ਦਾਣਾ ਕਹਿ ਸੁੰਗੜ ਰਿਹਾ ਹੈ, ਉਸ ਦਾ ਕੀ ਕਾਰਨ ਹੈ। ਇਸ ਬਾਰੇ ਜੋ ਕੇਂਦਰ ਦੀਆਂ ਟੀਮਾਂ ਨੇ ਅੱਜ ਬਰਨਾਲਾ ਦੇ ਵਿੱਚ ਇਸ ਮਾਮਲੇ 'ਚ ਜਾਂਚ ਕਰਨੀ ਹੈ। ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਮੰਡੀਆਂ ਦਾ ਦੌਰਾ ਕਰਕੇ ਜਾਇਜ਼ਾ ਲੈ ਚੁੱਕਿਆ ਤਾਂ ਜੋ ਟੀਮਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਵੱਖ-ਵੱਖ ਢੇਰੀਆਂ ਦੇ ਉੱਤੇ ਜੋ ਦਾਣਾ ਸੁੰਗੜਿਆ ਹੋਇਆ ਮਿਲ ਰਿਹਾ ਹੈ ਤੇ ਦਾਣਾ
ਟੁੱਟ ਰਿਹਾ ਹੈਗਾ, ਉਸ ਬਾਰੇ ਉਹਨਾਂ ਨੂੰ ਜੋ ਅੱਜ ਸੈਂਪਲ ਨੇ ਉਹ ਕਰਵਾਏ ਜਾਣ, ਕਿਉਂਕਿ ਇਹ ਸੈਂਪਲ ਲੈ ਕੇ ਜੋ ਕੇਂਦਰ ਦੀਆਂ ਟੀਮਾਂ ਆ ਰਹੀਆਂ ਨੇ ਉਹਨਾਂ ਵੱਲੋਂ ਇਹੀ ਚੈੱਕ ਕੀਤਾ ਜਾਣਾ ਕਿ ਆਖਰ ਇਸ ਦਾ ਕੀ ਕਾਰਨ ਹੈ, ਤਾਂ ਕਿ ਕਿਸਾਨਾਂ ਨੂੰ ਦੱਸਿਆ ਜਾਵੇ ਵੀ ਇਸ ਦਾ ਕੀ ਹੱਲ ਕਰ ਸਕਦੇ ਨੇ। ਠੀਕ ਹੈ ਸੋਨੂੰ, ਜੇ ਕਿਸਾਨ ਵੀ ਇੱਥੇ ਤੁਹਾਡੇ ਨਾਲ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਓ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ, ਜਾਂ ਪਹਿਲੇ ਕਿੰਨਾ ਉਹਨਾਂ ਨੂੰ ਝਾੜ ਮਿਲਦਾ ਸੀ ਤੇ ਇਸ ਵਾਰ ਕਿੰਨਾ ਝਾੜ ਉਹਨਾਂ ਨੂੰ ਘੱਟ ਮਿਲਿਆ ਹੈ, ਤੇ ਹੋਰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਜੋ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ। जी सोनू आवाज़ सुन पा रहे हो जी? ठीक है अमित दे कोल चलते हैं। फिलहाल सोनू उपल दे नाल जो साडा संपर्क है वो मुड़ तो कोशिश करांगे जोड़न दी। अमित तुहाडे तो जानना चाहांगा कि की कारण रहे सीगे जिस दे चलदे आ जो अज बोली नहीं लग पाई किसानां दीयां ढेरियां दी कणक दी फसल दी, तां हुण जो तुसीं दस रहे हो कि जो ढेरियां दी खरीद है, फसल दी खरीद है, उसनूं दुबारा शुरू करन दे आदेश तां जारी कर दित्ते गए ने, पर की कारण की बने सीगे भी इसनूं एकदम जो रातों रात रोकना पै गया? जी देखिए, इससे कई फैक्टर है। अगर हम कहें कि जैसे जानकारी मिलने मेन 3 फैक्टर्स की हम बात करते हैं परमिंदर, अगर हम कहें सबसे पहला फैक्टर इस बार कंसिडर करेंगे तो फसल पहले तैयार होकर आ गई थी, कटाई छटाई हो गई थी और किसानों के बात करें मंडियों में फसल जो करेंसी पहले आ गई। दूसरी बात, हद से ज्यादा गर्मी। इस बार अगर हम कहें कि जो लू चली है वो बहुत ज्यादा लू चली है और जो फसल तैयार थी एक्सपेक्टेशन से पहले तैयार होगी तो उसके बाद जो उसको गर्मी का उस पर असर पड़ा तो बहुत ज्यादा पड़ रहा है। अगर हम कहें कि आमतौर पर कंसिडर किया जाता है कि फसल पहले भी सुकड़ती है, पर एक इसमें फैक्टर होता है कि 6% तक एक्सेप्ट की जाती है, पर इस बार क्योंकि गर्मी बहुत ज्यादा थी तो फसल कुछ ज्यादा ही सुकड़ गई, इससे किसानों को बहुत भारी अगर हम सीधे तौर पर कहें कि नुकसान हुआ। तो एक दूसरी और फाइनल अगर हम कहें जो तीसरा इस बार हम कानून की बोली रुकने का वो थी कि एफसीआई की तरफ से ये कहा गया था कि पंजाब में जो मंडियां हैं उनको अपनी फसल अपने पास अक्वायर करके रखनी पड़ेगी, क्योंकि सीधा रैक पे लिफ्टिंग होनी है, यानी कि सीधा ही इन्हें एक्सपोर्ट करने के लिए रैक जो ट्रेन पे होती है उन पे लिफ्टिंग कराई जानी थी। तो उसको लेके उनको 1.5 से 2 महीने तक फसल अपने पास स्टोर करके रखनी थी, क्योंकि वो इंफ्रास्ट्रक्चर की कमी के कारण वो पॉसिबल नहीं था। तो ये 3 कुछ अहम फैक्टर्स रहे जो राउंड अबाउट रीजन रहे जिसके कारण डिले आई है और इसके कारण किसानों को दिक्कत आई है। पर अगर हम ऑल ओवर देखते हैं तो किसान की खरीद तो अच्छी चल रही है, पर अब जो ये हीट वेव के कारण मेन फसल सिकुड़ रही है उसको लेकर कोई ये मेजर हल निकालने की जरूरत है। इसके लिए ऑफकोर्स पंजाब सरकार एक्टिवली नजर आई, एक्टिवली किसानों ने जब मुद्दा उठाया तो अगर कहें पंजाब सरकार ने फौरन एक्शन लिया, इसे गंभीरता से कंसिडर किया। कि आमतौर पे ये होता है कि जब किसान पहले ये सवाल उठाते थे, कोई चीज कहते थे तो उन्हें बिल्कुल लास्ट मोमेंट तक रखा जाता था कि देखिए कि शायद ये सिर्फ कुछ लिमिटेड एरिया के लिए, उसके बाद में इग्नोर कर दिया था। पर पंजाब सरकार इस बार काफी एक्टिव नजर आई थी और उन्होंने इसको स्टार्टिंग में ही इस मुद्दे को टेकअप किया और इसके बाद एक्शन में भी लिया और इसका ये असर अब 30 और केंद्र सरकार की तरफ से बाकायदा टीम्स आ चुके हैं और निरीक्षण शुरू हो चुका है। तो पूरी कोशिश की जा रही है कि किसानों को। ठीक है अमित, ਸਾਡੇ ਨਾਲ ਜੁੜੇ ਰਹੋ ਤੇ ਸੋਨੂ ਉੱਪਲ ਵੀ ਸਾਡੇ ਨਾਲ ਬਣੇ ਹੋਏ ਨੇ ਤੇ ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਆ, ਮੁੜ ਤੋਂ ਇਸੇ ਮੁੱਦੇ ਤੇ ਚਰਚਾ ਕਰਾਂਗੇ। ब्रेक तो बाद दर्शकों का मुड़ तो स्वागत है। गल करते हैं मुड़ तो किसानों की फसल की। कणकां पक के मंडियां दे विच पहुंच चुकियां ने, पर किसानों नूं किते ना किते मुश्किलां मुड़ तो झल्लणियां नज़र आ रही ने ते केंद्र सरकार के खिलाफ भी जो है रोस वो साफ जाहिर करते हुए किसान नज़र आ रहे हैं। सोनू उपल बरनाला तो साडे नाल बने हुए ने, उन्हां दे कोल चलदे आ। सोनू, एक वड्डा सवाल खड़ा हो जाता है कि किसानों के वल्लों जो इस बार झाड़ घट मिलिया तां उन्हां नूं मुआवजा देने की गल आखी जा रही है। हालांकि जो पहले के मुआवजे ने, गुलाबी सुंडी की गल कर ली जाए तो उसके खराबे की मुआवजे की गल की जा रही थी। हालांकि सीएम भगवंत सिंह मान के वलों मानसा दे विच जाके कुछ किसानों नूं जो है चैक भी वंडे गए सी, पर हजे भी काफ़ी किसान ऐसे ने जिन्हां नूं मुआवजे नहीं मिल पाए। तो हुण एक होर वड्डी मंग सामने आ गई है कि झाड़ घटने के कारण किसानों के वलों बोनस के तौर के उत्ते जो है मुआवजा मंगया जा रहा। की लगता कि यह मुआवजा सरकारां दे वल्लों मिलेगा? सुंडी नूं लैके जो मुआवजा है वो भी कुछ किसानों नूं मिलिया,
ਤੇ ਉੱਥੇ ਹੀ ਕਿਸਾਨਾਂ ਦੇ ਉੱਤੇ ਜੋ ਅੱਗਜਨੀ ਦੇ ਘਟਨਾਵਾਂ ਦੇ ਨਾਲ ਮੱਚ ਚੁੱਕੀਆਂ ਫਸਲਾਂ ਨੇ, ਜਿੱਥੇ ਉਹਦਾ ਮੁਆਵਜ਼ਾ ਹਜੇ ਜੋ ਅਧੂਰਾ ਪਿਆਗਾ ਤੇ ਹੁਣ ਜੋ ਕਿਸਾਨਾਂ ਦੀਆਂ ਜੋ ਫਸਲਾਂ ਦੇ ਵਿੱਚ ਝਾੜ ਘੱਟ ਆ ਰਿਹਾ, ਬੱਲੀਆਂ ਸੜ ਰਹੀਆਂ, ਤੇ ਇਹਨਾਂ ਤੱਕ ਕਿਤੇ ਨਾ ਕਿਤੇ ਕਿਸਾਨ ਸਬਰ ਰੱਖ ਰਹੇ ਸੀ। ਪਰ ਹੁਣ ਜਦੋਂ ਖਰੀਦ ਹੋ ਰਹੀ ਹੈ ਤਾਂ ਉਸ ਦੇ ਵਿੱਚ ਇੱਕ ਨਵਾਂ ਹੀ ਕਾਰਨ ਸਾਹਮਣੇ ਆਇਆ ਕਿ ਜੋ ਦਾਣਾ ਉਹ ਸੁੰਗੜ ਰਿਹਾ ਹੈ, ਉਹ ਟੁੱਟ ਰਿਹਾ ਹੈ, ਜਿਸ ਨੂੰ ਲੈ ਕੇ ਕੱਲ ਸ਼ਾਮ ਨੂੰ ਜੋ ਖਰੀਦ ਸੀ ਉਹ ਬੰਦ ਕਰ ਦਿੱਤੀ ਹੈ। ਤੇ ਬਰਨਾਲਾ ਦੇ ਵਿੱਚ ਕਿਸਾਨਾਂ ਵੱਲੋਂ ਇਸ ਦਾ ਇੱਕ ਤਿੱਖਾ ਸੰਘਰਸ਼ ਕੀਤਾ ਜਾ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਿੱਥੇ ਪਹਿਲਾਂ 1 ਸਾਲ ਦਿੱਲੀ ਦੀਆਂ ਬਰੂਹਾਂ ਤੇ ਪੰਜਾਬ ਦੀਆਂ ਹੱਦਾਂ ਦੇ ਵਿੱਚ ਸੰਘਰਸ਼ ਕੀਤਾ ਹੈ, ਤੇ ਹੁਣ ਫਿਰ ਉਹ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ। ਸੜਕਾਂ ਤੇ ਉਤਰਨ ਦੇ ਲਈ, ਧਰਨੇ ਲਾਉਣ ਦੇ ਲਈ ਉਹ ਦੇਰੀ ਨਹੀਂ ਕਰਨਗੇ ਤੇ ਆਪਣਾ ਜੋ ਬਣਦਾ ਹੱਕ ਹੈ ਉਹ ਲੈ ਕੇ ਰਹਿਣਗੇ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾ ਕਿ ਤਾਂ ਜੋ ਕਿਸਾਨ ਨੇ ਉਹ ਆਪਣੀ ਫਸਲ ਅੰਡਾਨੀਆਂ ਬਾਨੀਆਂ ਦੇ ਜੋ ਲਗਾਏ ਗਏ ਸਟੋਰ ਨੇ ਉੱਥੇ ਵੇਚਣ, ਅਤੇ ਉਹਨਾਂ ਨੂੰ ਜਾਣਬੁੱਝ ਕੇ ਮੰਡੀਕਰਨ ਦੇ ਲਈ ਤੰਗ ਕੀਤਾ ਜਾ ਰਿਹਾ ਹੈ। ਸਾਡੇ ਨਾਲ ਹੋਰ ਵੀ ਕੁਝ ਜੋ ਕਿਸਾਨ ਨੇ ਜੁੜੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਕੀ ਲੱਗਦਾ ਉਹਨਾਂ ਨੂੰ ਮੁਆਵਜ਼ਾ ਮਿਲੇਗਾ। ਕੀ ਨਾਮ ਹੈ ਜੀ? ਬਹੁਤ ਸਿੰਘ। ਪਹਿਲਾਂ ਗੁਲਾਬੀ ਸੁੰਡੀ ਨੂੰ ਲੈ ਕੇ ਮੁਆਵਜ਼ੇ ਨੂੰ ਲੈ ਕੇ ਗੱਲਾਂ ਚੱਲਦੀਆਂ ਸੀ, ਤੇ ਹੁਣ ਫਸਲਾਂ ਨੂੰ ਅੱਗ ਲੱਗ ਰਹੀ ਹੈ, ਉਸ ਦਾ ਮੁਆਵਜ਼ਾ ਹਜੇ ਅਧੂਰਾ ਪਿਆ, ਤੇ ਅੱਜ ਕਹਿੰਦੇ ਨੇ ਦਾਣਾ ਸੁੰਗੜ ਰਿਹਾ ਹੈ, ਦਾਣਾ ਟੁੱਟ ਰਿਹਾ ਹੈ। ਲੱਗਦਾ ਵੀ ਇਹਦਾ ਮੁਆਵਜ਼ਾ ਮਿਲੂਗਾ? ਦੇਖੋ ਜੀ, ਇਹ ਤਾਂ ਹੁਣ ਗਵਰਨਮੈਂਟ ਨੂੰ ਪਤਾ ਹੈ ਜੀ। ਜਿਵੇਂ ਕਿਸਾਨ ਕਹਿ ਰਹੇ ਵੀ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਦੇ ਉੱਤੇ ਕੁਝ % ਵੱਧ ਦਿੱਤੇ ਜਾਣ। ਹਾਂ ਜੀ, ਜੇ ਦੇਣਗੇ ਤਾਂ ਹੀ ਆ ਜੀ, ਜੇ ਦੇਣਗੇ ਹੀ ਨਹੀਂ ਫਿਰ ਕੀ ਕਰਾਂਗੇ। ਜਿਵੇਂ ਦਾਣਾ ਘੱਟ ਹੈ, ਦਾਣਾ ਸੁੰਗੜ ਰਿਹਾ ਹੈ, ਦਾਣਾ ਤਾਂ ਘੱਟ ਹੈਗਾ ਹੀ ਹੈ। ਦਾਣਾ ਤਾਂ ਕੀ ਸਮੱਸਿਆਵਾਂ ਆਦੀਆਂ ਮੰਡੀ ਦੇ ਵਿੱਚ? ਪੂਰੀ ਸਮੱਸਿਆ ਜੀ, ਆ ਤੁਹਾਡੇ ਸਾਹਮਣੇ ਹੀ ਆ ਹੁਣ। ਕੀ ਨਾਮ ਹੈ ਜੀ? ਸੁਖਵਿੰਦਰ ਸਿੰਘ ਹੈ ਜੀ। ਜਿਸ ਤਰ੍ਹਾਂ ਪਹਿਲਾਂ ਗੁਲਾਬੀ ਸੁੰਡੀ ਨੂੰ ਲੈ ਕੇ ਹਲੇ ਕੁਝ ਕਿਸਾਨਾਂ ਨੂੰ ਹੀ ਜੋ ਮੁਆਵਜ਼ਾ ਮਿਲਿਆ, ਤੇ ਹੁਣ ਅੱਗ ਦਾ ਮੁਆਵਜ਼ਾ ਹਜੇ ਅਧੂਰਾ ਪਿਆ, ਤੇ ਹੁਣ ਜਿਹੜਾ ਕਹਿ ਰਹੇ ਨੇ ਦਾਣਾ ਟੁੱਟ ਰਿਹਾ ਹੈ, ਦਾਣਾ ਸੁੱਕ ਗਿਆ ਜਾਂ ਸੁੰਗੜ ਗਿਆ, ਇਸ ਨੂੰ ਲੈ ਕੇ ਕਿਸਾਨ ਕਹਿ ਰਹੇ ਨੇ ਮੁਆਵਜ਼ਾ ਮਿਲੇ। ਕੀ ਲੱਗਦਾ ਵੀ ਇੱਕ ਮੁਆਵਜ਼ਾ ਮਿਲੇਗਾ? ਕੋਈ ਗਵਰਨਮੈਂਟ ਦਾ ਸਾਧਨ ਨਹੀਂ ਜੀ। ਆ 10 ਦਿਨਾਂ ਦੇ ਬੈਠੇ ਨਾ ਕਣਕ ਜੁਖ ਰਹੀ ਹੈ ਜੀ। ਉਹ ਭਗਵੰਤ ਮਾਨ ਦਾ ਕਹਿਣਾ ਸੀ ਕਿ 24 ਘੰਟਿਆਂ ਦੇ ਵਿੱਚ 48 ਘੰਟਿਆਂ ਦੇ ਵਿੱਚ ਦਾਣਾ ਖਰੀਦਾਂਗੇ। ਕੋਈ ਖਰੀਦ ਨਹੀਂ ਜੀ, ਇੱਥੇ ਬੈਠੇ ਆ ਅਸੀਂ 10 ਦਿਨਾਂ ਦੀ। ਉਹਨਾਂ ਦੇ ਜਿਹੜੇ ਐਲਾਨ ਨੇ ਕਿਵੇਂ ਦੇਖਦੇ ਹੋ ਉਹਨੂੰ? ਕੋਈ ਐਲਾਨਾਂ ਦਾ ਕੋਈ ਸਮਝ ਨਹੀਂ ਆਉਂਦੀ। ਮੁਆਵਜ਼ੇ ਨੂੰ ਲੈ ਕੇ ਕੀ ਝਾਕ ਹੈ, ਵੀ ਲੱਗਦਾ ਮਿਲੂਗਾ ਮੁਆਵਜ਼ਾ? ਹਜੇ ਗੁਲਾਬੀ ਸੁੰਡੀ ਦਾ ਤੇ ਅੱਗ ਦੀਆਂ ਘਟਨਾਵਾਂ ਦਾ ਪੈਂਡਿੰਗ ਪਿਆ, ਕੋਈ ਦੇ ਨਹੀਂ ਰਹੀ ਜੀ ਗਵਰਨਮੈਂਟ। ਤਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਕਹਿਣਾ ਹੈ ਕਿ ਗਵਰਨਮੈਂਟ ਤੋਂ ਕੋਈ ਝਾਕ ਨਹੀਂ। 10 ਦਿਨਾਂ ਦੇ ਕਿਸਾਨ ਜੋ ਇੱਥੇ ਬੈਠੇ ਨੇ ਆਪਣੀ ਫਸਲ ਲੈ ਕੇ, ਤੇ ਉਹਨਾਂ ਦੀ ਫਸਲ ਦੀ ਖਰੀਦ ਤਾਂ ਬਹੁਤ ਦੂਰ ਤੱਕ ਹੈ। ਹਾਲੇ ਸਿਰਫ ਬੋਰੀਆਂ ਦੇ ਵਿੱਚ ਹੀ ਭਰ ਕੇ ਉਹਨਾਂ ਦੀ ਕਣਕ ਰੱਖੀ ਗਈ ਹੈ। ਉਹਨਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੁਆਵਜ਼ੇ ਨੂੰ ਲੈ ਕੇ ਕੋਈ ਵੀ ਆਸ ਨਹੀਂ ਰੱਖ ਸਕਦੇ। ਮੁਆਵਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ ਇਹਦਾ ਸਰਕਾਰ ਹੀ ਦੱਸ ਸਕਦੀ ਹੈ। ਕਿਸਾਨ ਆਪਣੀ ਫਸਲ ਨੂੰ ਲੈ ਕੇ ਮੰਡੀਆਂ ਦੇ ਵਿੱਚ ਸਿਰਫ ਇੰਤਜ਼ਾਰ ਕਰਨ ਦੇ ਲਈ ਹੀ ਬੈਠੇ ਹਨ। ਅਮਿਤ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਦੇ ਨਾਲ ਇਸ ਵਾਰ ਕੁਦਰਤੀ ਮਾਰਾਂ ਦੇ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਤਾਂ ਪਹਿਲਾਂ ਕੀ ਸੀਗਾ ਕਿ 40 ਤੋਂ 45 ਕੁਇੰਟਲ ਏਕੜ ਦੇ ਹਿਸਾਬ ਦੇ ਨਾਲ ਜੋ ਹੈ ਕਿਸਾਨਾਂ ਨੂੰ ਜੋ ਫਸਲ ਦਾ ਝਾੜ ਆ ਉਹ ਮਿਲ ਰਿਹਾ ਸੀ, ਤਾਂ ਇਸ ਵਾਰ ਕਿੰਨੀ ਕੁ ਫਸਲ ਦਾ ਝਾੜ देखने को मिल रहा है? परमानेंट, जैसे आपने खुद कहा कि पहले 40 से 45 कुंटल मिलता था अगर पर एकड़ के हिसाब से, पर इस बार ये चीज लगभग अगर हम कहें 25% का अगर हम सीधे तौर पे घाटा देखने मिल रहा है। अगर हम बात करें इस बार 30 से 35 क्विंटल कुछ केसेस में मिल रहा है, और जहाँ पे कहीं बार कुछ इंसिडेंट ऐसे भी है जहाँ पे ये घट के से 25 क्विंटल रह गया है, तो लगभग आधे के बराबर भी कई जगहों पे ये चीज देखने को मिली है। तो यही सब चीजें हैं, और ये बहुत ज्यादा जरूरी हो जाता है कि किसानों की बात सरकार सुने। किसानों की बात सरकार सुनते हुए नजर आ रही है कि किसानों की तरफ से बाकायदा एक अल्टीमेटम भी दिया गया है कि अगर सरकार हमारी इस दिक्कत परेशानी का हल नहीं करती है तो हमारी तरफ से बाकायदा रोज प्रदर्शन भी शुरू कर दिया जाएगा, और प्रदर्शन से भी उतरने को मजबूर हो सकते हैं किसान। और इस चीज को बहुत गंभीरता से सरकार ने लिया। सरकार को जब ये फैक्टर्स बताए गए कि लगभग 25% कम इस बार अगर हम कहेंगे पैदावार हुई है, और 25% सुनने में काफी कम अगर लगता मार्जिन लगता है, पर अगर हम इसे ऑल वर्ल्ड सिनेरियो में देखते हैं तो बहुत बड़ा प्रॉफिट मार्जिन खत्म हो जाता है, क्योंकि आमतौर पर जो 25% का ही अगर हम कहें जो एक्सेस होता है वही किसान का प्रॉफिट होता है, और यहाँ पर अगर हम कहें कि जो प्रॉफिट है वही बिल्कुल खत्म हो चुका है। तो ऐसे में उनकी तरफ से एक मांग की जा रही है कि इस चीज को कंसिडर किया जाए और उनको थोड़ा बढ़ के मुआवजा या बढ़ के रेट दिया जाए। कुछ चीज को लेकर हर एक चीज पहले तो सरकार कंसिडर कर रही है जी। सोनू, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸਾਨਾਂ ਦੇ ਕੋਲ ਕਈਆਂ ਕੋਲ ਆਪਣੀ ਜ਼ਮੀਨ ਹੈ ਜਿਹਦੇ ਉੱਤੇ ਉਹ ਕਿਸਾਨੀ ਕਰਦੇ ਨੇ, ਫਸਲਾਂ ਉਗਾਉਂਦੇ ਨੇ, ਪਰ ਕਈ ਕਿਸਾਨ ਅਜਿਹੇ ਨੇ ਜੋ ਠੇਕੇ ਤੇ ਲੈ ਕੇ ਜ਼ਮੀਨਾਂ ਦੇ ਉੱਤੇ ਫਸਲ ਉਗਾਉਂਦੇ ਨੇ, ਪਰ ਕਈ ਵਾਰ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਿਸਾਨਾਂ ਦੀ ਜੋ ਫਸਲ ਹੈ ਉਸ ਨੂੰ ਅੱਗ ਲੱਗ ਜਾਂਦੀ ਹੈ, ਜਾਂ ਜਿਸ ਤਰ੍ਹਾਂ ਇਸ ਵਾਰ ਦੇਖਣ ਨੂੰ ਮਿਲ ਰਿਹਾ ਕਿ ਝਾੜ ਦੇ ਵਿੱਚ ਕਾਫੀ ਮਾਤਰਾ ਘੱਟ ਦੇਖਣ ਨੂੰ ਮਿਲ ਰਹੀ ਹੈ। ਤਾਂ ਜੋ ਠੇਕੇ ਤੇ ਲੈ ਕੇ ਕਿਸਾਨ ਜ਼ਮੀਨਾਂ ਬਾਰੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਇਹਦੇ ਵਿੱਚ ਪਰਮਿੰਦਰ ਜੀ ਜੋ ਸਭ ਤੋਂ ਵੱਡੀ ਸਮੱਸਿਆ ਉਹ ਆ ਰਹੀ ਹੈ ਕਿ ਕਿਸਾਨ
ਇਸ ਤਰ੍ਹਾਂ ਦੇ ਕਿਸਾਨ ਵੀ ਨੇ ਵੀ ਜੋ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ 60,000 ਤੋਂ 65 ਰੁਪਏ ਕਿੱਲਾ ਠੇਕੇ ਦੇ ਉੱਤੇ ਜ਼ਮੀਨ ਮਿਲ ਰਹੀ ਹੈ, ਤੇ ਜਿਨ੍ਹਾਂ ਕਿਸਾਨਾਂ ਦਾ ਝਾੜ ਘਟਿਆ ਉਹਨਾਂ ਨੂੰ ਝਾੜ ਘਟਣ ਦੇ ਨਾਲ ਆਪਣੇ ਠੇਕੇ ਦੇ ਵਾਹਨਾਂ ਦਾ ਜੋ ਮੁੱਲ ਹੈ ਉਹ ਵੀ ਮੋੜਨਾ ਔਖਾ ਹੋ ਚੁੱਕਿਆ। ਤੇ ਕਿਸਾਨਾਂ ਦਾ ਤਾਂ ਇਹ ਕਹਿਣਾ ਵੀ ਕਿਸਾਨ ਅੱਜ ਇਸ ਕੰਡੀਸ਼ਨ 'ਚ ਨੇ, ਜੇ ਚੌਲਾਂ ਦੇ ਸੀਜ਼ਨ 'ਚ ਉਹਨਾਂ ਨੂੰ ਪਾਣੀ ਦੀ ਮਾਰ ਪੈਂਦੀ ਹੈ ਤਾਂ ਕਣਕ ਦੇ ਸੀਜ਼ਨ 'ਚ ਉਹਨਾਂ ਨੂੰ ਅੱਗ ਦੀ ਮਾਰ ਪੈਂਦੀ ਹੈ। ਕਿਸਾਨ ਦੋਨੇ ਪਾਸੇ ਹੀ ਮਾਰ ਚੱਲ ਰਿਹਾ, ਕਦੇ ਅੱਗ ਤੇ ਕਦੇ ਪਾਣੀ। ਕਿਸਾਨ ਨੂੰ ਅੱਜ ਉਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਕਿਸਾਨ ਕਿਸੇ ਦੇ ਅੱਗੇ ਵੀ ਹੱਥ ਜੋ ਹੈ ਅੱਡਣ ਦੇ ਲਈ ਮਜਬੂਰ ਹੋ ਚੁੱਕਿਆ। ਉੱਥੇ ਸਰਕਾਰਾਂ ਵੀ ਕਿਸਾਨਾਂ ਨੂੰ ਮੁਆਵਜ਼ੇ ਨੂੰ ਲੈ ਕੇ ਵੱਡੇ ਵੱਡੇ ਲਾਰੇ ਲਾ ਦਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ ਸਾਡੀ ਸਰਕਾਰ ਬਣਾਈ ਜਾਵੇ ਤੇ ਅਸੀਂ ਕਿਸਾਨਾਂ ਦਾ ਇਹ ਕਰਾਂਗੇ ਜਾਂ ਉਹ ਕਰਾਂਗੇ। ਤੇ ਅੱਜ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ। ਸਭ ਤੋਂ ਵੱਡੀ ਸਮੱਸਿਆ ਜੋ ਆ ਰਹੀ ਹੈ ਅੱਜ ਕਿਸਾਨਾਂ ਨੂੰ, ਜੋ 35 ਤੋਂ 40 ਮਣ ਝਾੜ ਨਿਕਲ ਰਿਹਾ, ਅੱਗੇ ਇਹ ਝਾੜ 50 ਤੋਂ 55 ਤੇ 60 ਤੱਕ ਵੀ ਪਹੁੰਚ ਜਾਂਦਾ ਸੀ, ਤੇ ਇਹ ਝਾੜ ਘਟਣ ਦੇ ਨਾਲ ਕਿਸਾਨਾਂ ਦੀ ਆਮਦਨ ਤਾਂ ਘਟੀ ਹੈ, ਕਿਸਾਨਾਂ ਦੇ ਪੈਸੇ ਤੱਕ ਵੀ ਨਹੀਂ ਪੂਰੇ ਹੋ ਰਹੇ। ਜੇਕਰ ਪੈਸੇ ਨਹੀਂ ਪੂਰੇ ਹੋਣਗੇ ਤਾਂ ਕਦੋਂ ਕਮਾਈ ਕਿਸਾਨ ਕਰੇਗਾ ਤੇ ਕਦੋਂ ਆਪਣੇ ਠੇਕੇ ਤੇ ਲੈਤੀ ਜ਼ਮੀਨ ਹੈ ਜੋ ਵਾਹੇਗਾ। ਤੇ ਜਿਨ੍ਹਾਂ ਕਿਸਾਨਾਂ ਦੀ ਆਪਦੀ ਜ਼ਮੀਨ ਹੈ ਉਹਨਾਂ ਦੇ ਵੀ ਇਹ ਹਾਲਾਤ ਬਣੇ ਹੋਏ ਨੇ ਕਿ ਰੇਹਾਂ ਸਪਰੇਹਾਂ ਦੇ ਖਰਚੇ ਤੇ ਕਿਸਾਨ ਦੀ ਜੋ ਆਮਦਨ ਹੈ ਉਸ ਨੂੰ ਇਸ ਦਾ ਵੱਡਾ ਨੁਕਸਾਨ ਹੈ ਝੱਲਣਾ ਪੈ ਰਿਹਾ, ਕਿਉਂਕਿ ਇਸ ਵਾਰ ਜੋ ਦਾਣਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸੁੰਗੜ ਚੁੱਕਿਆ ਹੈ। ਤੇ ਦਾਣਾ ਸੁੰਗੜਨ ਦੇ ਨਾਲ ਨਾਲ ਤੇ ਅੱਜ ਜੋ ਕੱਲ ਅਮਿਤ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਸਾਨਾਂ ਨੂੰ ਜੋ ਫਸਲਾਂ ਦਾ ਮੁਆਵਜ਼ਾ ਹੈ ਉਹ ਮਿਲੇਗਾ ਜਾਂ ਨਹੀਂ, ਇਹ ਇੱਕ ਅਲੱਗ ਗੱਲ ਹੋ ਜਾਂਦੀ ਹੈ, ਪਰ ਕਿਸਾਨਾਂ ਦੀ ਜੋ ਖੇਤੀ ਹੈ ਉਸ ਨੂੰ ਲੈ ਕੇ ਕਈ ਵਾਰ ਕੁਦਰਤੀ ਮਾਰਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ। ਤਾਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਜੋ ਖੇਤੀ ਹੈ ਜੀ ਬਿਲਕੁਲ ਕਿਸਾਨ ਨੂੰ ਪਸੀਨਾ ਪਸੀਨਾ ਹੋਣਾ ਪੈ ਰਿਹਾ ਤੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਜਿਹਨੂੰ ਪੀਲਾ ਸੋਨਾ ਵੀ ਕਿਹਾ ਜਾਂਦਾ ਹੈ ਉਸ ਨੂੰ ਲੈ ਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੀਕ ਹੈ ਅਮਿਤ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਮੈਂ ਮੁੜ ਤੋਂ ਉਸੇ ਸਵਾਲ ਤੇ ਆਉਂਗਾ ਕਿ ਕਿਸਾਨਾਂ ਨੂੰ ਜਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਦੇ ਵਿੱਚ ਕੇਂਦਰ ਸਰਕਾਰ ਦਾ ਕਿਸ ਤਰ੍ਹਾਂ ਦਾ ਰੋਲ ਰਹੇਗਾ, ਜਾਂ ਪੰਜਾਬ ਸਰਕਾਰ ਦੀ ਗੱਲ ਕਰ ਲਈ ਜਾਵੇ ਉਹਨਾਂ ਦਾ ਕਿਸ ਤਰ੍ਹਾਂ ਦਾ ਰੋਲ ਅਦਾ ਰਹੇਗਾ, ਜਾਂ ਕਿ ਅੱਜ ਕੈਬਨਿਟ ਮੀਟਿੰਗ ਵੀ ਕੀਤੀ ਜਾ ਰਹੀ ਹੈ ਤੇ ਕੱਲ ਨੂੰ ਵਿਸਾਖੀ ਦਾ ਵੀ ਤਿਉਹਾਰ ਹੈ, ਕੀ ਲੱਗਦਾ कि किसानों के वास्ते कोई बड़ा ऐलान या उन्होंने कोई तोहफा दे सकते हैं? जी बिल्कुल, देखिए अगर हम कहें कि तोहफे की तो उम्मीद अगर क्या पूरा पंजाब ही कर रहा है, कई बड़े वादे आम आदमी पार्टी की सरकार की तरफ से किए गए हैं, तो एक आस है कि चाहे वो किसान हो चाहे वो आम जनता हो, पंजाब सरकार से लगा के बैठ के कल बैसाखी का दिन है, खुद भगत मान ट्वीट कर चुके हैं जल्दी एक तोहफा दिया जा सकता है। वो तोहफा क्या, हर किसी की उस पर नजर रहने वाली है। तो ये बात करते किसानों की, किसानों को इस बार अगर हम कहें कई फैक्टर्स कंसिडर करते, देखिए अगर हम मौसम की मार तो झेल ही रहे किसानों के, उसके बाद फसल कटने के बाद स्टोरेज की और जो फसल तैयार हो रही है तब बिन मौसम बारिश की या आग लगने की, तो दोनों तीनों ही फैक्टर्स हैं जिनका उनको रिस्क रहता है। पर अब किसान की उम्मीद सरकार से क्या होती है, सरकार से उनकी ये उम्मीद होती है कि जब उनकी फसल कट के तैयार हो जाए तो उसको जल्द से जल्द एक्वायर कर लिया जाए, जल्द से जल्द उनको उनका कंपनसेशन मिल जाए। अगर हम बात करें तो इस बार एक्वाजिशन भी जल्दी हो रहा था, कंपनसेशन भी जल्दी हो रहा था, सब कुछ अच्छा चल रहा था, पर इस बार गर्मी की मार पड़ी है और आप देख सकते हैं गर्मी की मार से काफी बड़ा झटका अगर हम ऑल ओवर देख रहे हैं किसानों की ठीक प्रॉफिट मार्जिन पे ही सीधा जाके झटका पड़ा। तो इस बार उन्हें सरकार से उम्मीद है कि सरकार इस चीज को कंसिडर करेगी और उन्होंने से डायरेक्टली बकायदा उसका मिलता मुआवजा जो बैलेंस मुआवजा दिया जाएगा। इसके अलावा अगर हम बात करें केंद्र सरकार से सिर्फ यही उम्मीद की जा रही है कि जो टीम आई है वो उनकी दिक्कत समझे, वो उनकी परेशानी समझे कि फसल गर्मी से सिकड़ी है ना कि किसी किसान के गलती है, तो उसको लेकर उन सभी फैक्टर्स कंसिडर करके जो मुआवजा देना उसके लिए वो सहमति दे दें। बस सेंटर से यही उम्मीद लेके किसान बैठे हैं। जी जी ठीक है। सोनू ਤੁਹਾਡੇ ਤੋਂ ਜਾਣਨਾ ਚਾਹਾਂਗੇ, ਇੱਕ ਲਾਸਟ ਸਵਾਲ ਹੈ ਕਿ ਕਿਸਾਨਾਂ ਦੀਆਂ ਮੰਗਾਂ ਕਿਸ ਤਰ੍ਹਾਂ ਦੀਆਂ ਜੋ ਸਾਹਮਣੇ ਆ ਰਹੀਆਂ ਨੇ ਕੇਂਦਰ ਨੂੰ ਲੈ ਕੇ, ਹਾਲਾਂਕਿ ਉਹਨਾਂ ਦੇ ਵੱਲੋਂ ਰੋਸ ਜੋ ਹੈ ਉਹ ਦੇਖਣ ਨੂੰ ਮਿਲ ਰਿਹਾ ਕੇਂਦਰ ਸਰਕਾਰ ਦੇ ਖਿਲਾਫ, ਪਰ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਕੋਲ ਹੀ ਮੰਗਾਂ ਵੀ ਕੀਤੀਆਂ ਜਾ ਰਹੀਆਂ, ਤਾਂ ਉਹ ਕਿਸ ਤਰ੍ਹਾਂ ਦੀਆਂ ਮੰਗਾਂ ਨੇ? ਅਸੀਂ ਕਿਸਾਨਾਂ ਦੇ ਨਾਲ ਹੀ ਜਾਣ ਲੈਂਦੇ ਆ ਵੀ ਕਿਸ ਪ੍ਰਕਾਰ ਦੀਆਂ ਮੰਗਾਂ ਨੇ। ਜਿਸ ਪ੍ਰਕਾਰ ਇਸ ਵਾਰ ਕਿਸਾਨਾਂ ਦੀ ਕੀ ਮੰਗਾਂ ਨੇ, ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ, ਤੁਸੀਂ ਕਿਸਾਨ ਬੈਠੇ ਨੇ, ਦਾਣਾ ਘਟਿਆ, ਦਾਣਾ ਸੁੰਗੜ ਰਿਹਾ, ਕੀ ਮੰਗਾਂ ਨੇ ਕੇਂਦਰ ਤੋਂ? ਹਾਂਜੀ, ਦਾਣੇ ਬਾਰੇ ਜੀ ਛੇਕ ਪੈ ਗਿਆ, 5 ਦਿਨ ਕਣਕ ਪਹਿਲਾਂ ਆਉਂਦੀ ਹੈ, ਹੁਣ ਉਦੋਂ ਨਾਲ ਗ੍ਰਿਡ ਤੇ ਬਾਹਣਾ ਮੇਰਾ, ਹੁਣ ਉੱਥੇ ਅੱਗ ਲੱਗਦੀ ਹੈ, ਮੈਂ ਵੱਡਾ ਨਾ ਇਹਨੂੰ ਦੱਸੋ ਕੀ ਕਰਾਂ, ਇਹ ਕਹਿੰਦੇ ਗਿੱਲੀ ਆ, 5 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ। ਕੀ ਮੰਗ ਕਰਦੇ ਹੋ ਕੇਂਦਰ ਸਰਕਾਰ ਤੋਂ ਜਾਂ ਪੰਜਾਬ ਸਰਕਾਰ ਤੋਂ? ਸਾਡਾ ਫੈਸਲਾ ਹੋਣਾ ਚਾਹੀਦਾ, ਸਾਡਾ ਫੈਸਲਾ ਹੋਵੇ, ਪੈਲੀ ਲੱਗੇ ਸਾਡੀ। ਹੁਣ ਜੇ ਬੰਦੇ ਦਾ ਅੰਗ ਮਾਰਿਆ ਜਾਵੇ ਫਿਰ ਉਹ ਬੰਦਾ ਉਹਦਾ ਕੀ ਇਲਾਜ ਹੈ? ਗਵਰਨਮੈਂਟ ਸਾਡੀ ਗੱਲ ਨਹੀਂ ਸੁਣਦੀ, ਕੇਂਦਰ ਖਿਲਾਫ ਆਪਣਾ ਰੋਸ਼ ਵੀ ਹੈ। ਹਾਂਜੀ ਹਾਂ ਸਹੀ ਹੈ, ਸਾਡਾ ਤਾਂ ਰੱਬ ਦਾ ਕਰਿਆ, ਰੱਬ ਦੀ ਕਰੀ ਕੋਈ ਮੋੜ ਨਹੀਂ ਸਕਦਾ, ਸਾਡਾ ਛੇਤੀ ਤੋਂ ਛੇਤੀ ਫੈਸਲਾ ਹੋਣਾ ਚਾਹੀਦਾ, ਸਾਡਾ
ਜੇ ਰੱਬ ਕੁਛ ਮਾਰੀ ਨਾ ਕੋਈ ਸਾਨੂੰ ਮਾਮਜਾ ਮਿਲਣਾ ਚਾਹੀਦਾ। ਹਾਂ ਕੀ ਮੰਗ ਕਰਦੇ ਹੋ ਕੇਂਦਰ ਮੰਗ ਸਰਕਾਰ ਕੋ ਤੋਂ ਕੋਈ ਬਿਯੋਂਡ ਸਮੂਟਸ ਦੇਵੇ ਜੇ ਕੋਈ ਫੇਰ ਹੀ ਜਿੰਨਾ ਕਿ ਠੇਕੇ ਦੇ ਬਹਾਨੇ ਹੁਣ 60 ਸਾਨੂੰ 70 70 ਨੂੰ ਬਾਹਣ ਲਈ ਬੈਠੇ ਹੁਣ ਅਸੀਂ ਕਰੀਏ ਕੀ ਕਰੀਏ? ਹੱਲ ਕੀ ਹੋਵੇ ਯਾਰ? ਬੱਲੀਆਂ ਕਾਲੀਆਂ ਪੈ ਚੁੱਕੀਆਂ, ਦਾਣਾ ਸੁੰਗੜ ਰਿਹਾ ਤੇ ਹਾਂਜੀ, ਦਾਣਾ ਆ ਹਾਂਜੀ, ਰਿਹਾ। ਹਾਂ, ਸਹੀ ਹੈ। ਕਿਸਾਨ ਨੂੰ ਕੀ ਉਹ ਤਾਂ ਕਰ ਰੱਬ ਦਾ ਕਰਨ ਵਾਲਾ, ਰੱਬ ਕਰਦਾ ਜੋ ਕਰਦਾ ਉਹੀ ਮਾੜੀ ਕਰੇ ਚੰਗੀ ਕਰਦਾ ਉਹੀ ਕਰਦਾ, ਉਹਦਾ ਕੋਈ ਹੱਲ ਨਹੀਂ। ਵਿਸਾਖੀ ਦਾ ਦਿਨ ਹੈ ਹਾਂਜੀ ਤੇ ਵੱਡਾ ਇਹ ਕਿਸਾਨਾਂ ਲਈ ਇੱਕ ਵੱਡਾ ਦਿਨ ਹੁੰਦਾ, ਢੋਲ ਨਗਾੜੇ ਵੱਜਦੇ ਨੇ। ਹਾਂਜੀ, ਇਸ ਹਾਂਜੀ। ਵਾਰ ਲੱਗਦਾ ਖੁਸ਼ੀ ਹੈ। ਹਾਂਜੀ ਖੁਸ਼ੀ ਕਾਹਦੀ ਸਾਡੇ ਦਾ, ਜਿਵੇਂ ਕਹਿੰਦੇ ਆ, ਉਹ ਹੋਇਆ ਪਿਆਗਾ ਰੋਟੀ ਛੱਟੀ ਪੀ ਹੈ ਰਹਿਣਾ ਹੁੰਦਾ ਰੋਟੀ ਵੀ ਹਾਂ ਕੁਛ ਮੰਡੀਆਂ ਠੀਕ ਹੈ ਤੁਹਾਨੂੰ ਠੀਕ ਹੈ, ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਜੋ ਸਮਾਂ ਹੈ ਉਹ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਇਸ ਮੁੱਦੇ ਤੇ ਹੋਰ ਵਿਚਾਰ ਚਰਚਾ ਕਰਨ ਦੀ, ਜੋ ਕਿ ਕਿਸਾਨਾਂ ਨੂੰ ਲਗਾਤਾਰ ਮੁਸ਼ਕਲਾਂ ਨੇ ਉਹਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਤੇ ਕਿਸਾਨਾਂ ਨੂੰ ਜੋ ਹੈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ। ਅਮਿਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਤੇ ਸੋਨੂੰ ਉੱਪਲ ਤੁਸੀਂ ਵੀ ਧੰਨਵਾਦ ਤੁਹਾਡਾ ਦੋਨਾਂ ਦਾ ਇਸ ਮੁੱਦੇ ਦੇ ਬਾਰੇ ਵਿਚਾਰ ਚਰਚਾ ਕਰਨ ਦੇ ਲਈ। ਸੋ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਫਿਲਹਾਲ ਅਮਿਤ ਕੁਮਾਰ ਨੇ ਜਿਸ ਤਰ੍ਹਾਂ ਦੱਸਿਆ ਹੈ ਕਿ ਜੋ ਮੰਡੀਆਂ ਦੇ ਵਿੱਚ ਖਰੀਦ ਸੀ ਉਹਨੂੰ ਠੱਪ ਕੀਤਾ ਗਿਆ ਸੀ ਤਾਂ ਉਹਨੂੰ ਮੁੜ ਤੋਂ ਸ਼ੁਰੂਆਤ ਕਰਵਾ ਦਿੱਤੀ ਗਈ ਹੈ। ਸੋ ਦੇਖਣਾ ਹੋਵੇਗਾ ਕਿ ਕਿਸਾਨ ਕਿੰਨੀ ਜਲਦੀ ਫ੍ਰੀ ਹੁੰਦੇ ਨੇ ਮੰਡੀਆਂ ਦੇ ਵਿੱਚੋਂ ਤਾਂ ਉਹਨਾਂ ਦੀ ਵਿਸਾਖੀ ਕਿਸ ਤਰ੍ਹਾਂ ਦੀ ਰਹੇਗੀ। ਸੋ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਮੇਰੇ ਨਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਤੁਸੀਂ ਬਣੇ ਰਹੋ NP ਨਿਊਜ਼ ਦੇ ਨਾਲ। ਧੰਨਵਾਦ।